ਕੂਚ ਅਧਿਆਇ 27। ਤੂੰ ਚੀਮ ਦੀ ਲੱਕੜੀ ਦੀ ਇੱਕ ਜਗਵੇ ਦੀ 5 ਹੱਥ ਲੰਮੀ ਅਤੇ 5 ਹੱਥ ਚੌੜੀ ਬਣਾਈ। ਉਹ ਜਗਵੇ ਦੀ ਚੌਰਸ ਹੋਵੇ ਔਰ ਉਸ ਦੀ ਉਚਾਈ 3 ਹੱਥ ਹੋਵੇ। ਤੂੰ ਉਹਦੇ ਸਿੰਗ ਉਹਦੇ ਚੌਹਾਂ ਕੁੰਜੀਆਂ ਉੱਤੇ ਬਣਾਈ। ਉਹਦੇ ਸਿੰਗ ਉਸੇ ਤੋਂ ਹੋਣ ਔਰ ਤੂੰ ਉਸਨੂੰ ਪਿੱਤਲ ਨਾਲ ਮੜੀ। ਤੂੰ ਉਹਦੀ ਸੁਆਹ ਚੁੱਕਣ ਵਾਲੇ ਤਸਲੇ ਔਰ ਉਹਦੇ ਕੜਛੇ ਔਰ ਉਹਦੇ ਬਾਟੇ ਔਰ ਉਹਦੀਆਂ ਤਰਸੂਲੀਆਂ ਔਰ ਉਹਦੀਆਂ ਅੰਗਠੀਆਂ ਬਣਾਈ। ਉਸਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈ। ਤੂੰ ਉਹਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ ਅਤੇ ਤੂੰ ਜਾਲੀ ਉੱਤੇ ਉਹਦੇ ਚੌਹਾਂ ਕੁੰਜੀਆਂ ਉੱਤੇ 4 ਕੜੇ ਪਿੱਤਲ ਦੇ ਬਣਾਈ। ਤੂੰ ਉਹਨੂੰ ਜਗਵੇਦੀ ਦੇ ਤੜੇ ਦੇ ਹੇਠ ਦੀ ਰੱਖੀ। ਯੂੰ ਉਹ ਜਾਲੀ ਜਗਵੇਦੀ ਦੇ ਗੱਬੇ ਹੋਵੇ। ਤੂੰ ਜਗਵੇਦੀ ਲਈ ਚੌਬਾਂ ਬਣਾਈ ਅਰਥਾਤ ਸਟੀਮ ਦੀ ਲੱਕੜੀ ਦੀਆਂ ਚੌਬਾਂ ਅਤੇ ਤੂੰ ਉਹਨਾਂ ਨੂੰ ਪਿੱਤਲ ਨਾਲ ਮੜੀ। ਤੂੰ ਉਹਦੀਆਂ ਚੌਬਾਂ ਨੂੰ ਕੜੀਆਂ ਵਿੱਚ ਪਾਵੀਂ ਅਤੇ ਉਹ ਚੌਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀ ਹੋਣਗੀਆਂ। ਤੂੰ ਉਹਨੂੰ ਫੱਟੀਆਂ ਨਾਲ ਕੋਕਲਾ ਬਣਾਈ। ਜਿਵੇਂ ਤੈਨੂੰ ਪਹਾੜ ਉੱਤੇ ਵਿਖਲਾਇਆ ਗਿਆ ਤਿਵੇਂ ਉਹ ਉਸਨੂੰ ਬਣਾਉਣ। ਯੂੰ ਤੂੰ ਡੇਰੇ ਦੇ ਹਾਤਾ ਬਣਾਈ। ਦੱਖਣ ਵੱਲ ਦੇ ਪਾਸੇ ਹਾਤੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ 100 ਹੱਥ ਹੋਵੇ ਅਤੇ ਉਹਦੀਆਂ ਥੰਮੀਆਂ ਵੀ ਅਤੇ ਉਹਨਾਂ ਦੀਆਂ ਛੀਦੀਆਂ ਵੀ ਪਿੱਤਲ ਦੀਆਂ ਹੋਣ ਅਤੇ ਥੰਮੀਆਂ ਦੇ ਕੁੰਡੇ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਹੋਣ। ਯੂੰ ਉੱਤਰ ਦੇ ਪਾਸੇ ਵੱਲ 100 ਹੱਥ ਲੰਬੀਆਂ ਕਨਾਤਾਂ ਹੋਣ ਅਤੇ ਉਹਦੀਆਂ ਥੰਮੀਆਂ ਵੀ ਅਤੇ ਉਹਨਾਂ ਦੀਆਂ ਛੀਤੀਆਂ ਵੀ ਪਿੱਤਲ ਦੀਆਂ ਹੋਣ ਅਤੇ ਥੰਮੀਆਂ ਦੇ ਕੁੰਡੇ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਹੋਣ। ਹਾਤੇ ਦੀ ਚੜਾਈ ਲਈ ਲਹਿੰਦੇ ਪਾਸੇ ਵੱਲ 50 ਹੱਥ ਦੀਆਂ ਕਨਾਤਾਂ ਅਤੇ ਉਹਨਾਂ ਦੀਆਂ ਥੰਮੀਆਂ 10 ਅਤੇ ਛੀਤੀਆਂ 10 ਹੋਣ ਅਤੇ ਹਾਤੇ ਦੀ ਚੜਾਈ ਚੜ੍ਹਦੇ ਪਾਸੇ ਵੱਲ 50 ਹੱਥ ਹੋਵੇ ਅਤੇ ਫਾਟਕ ਦੇ ਇੱਕ ਪਾਸੇ ਦੀਆਂ ਕਨਾਤਾਂ 15 ਹੱਥ ਹੋਣ ਔਰ ਉਹਨਾਂ ਦੀਆਂ ਥੰਮੀਆਂ 3 ਅਤੇ ਉਹਨਾਂ ਦੀਆਂ ਛੀਤੀਆਂ 3 ਹੋਣ ਔਰ ਦੂਜੇ ਪਾਸੇ ਦੀਆਂ ਕਨਾਤਾਂ 15 ਹੱਥ ਹੋਣ। ਉਹਨਾਂ ਦੀਆਂ ਥੰਮੀਆਂ 3 ਅਤੇ ਉਹਨਾਂ ਦੀਆਂ ਛੀਤੀਆਂ 3 ਹੋਣ। ਹਾਤੇ ਦੇ ਫਾਟਕ ਲਈ ਇੱਕ ਉੱਟ ਵੀ ਹੱਥ ਦੀ ਨੀਲੇ ਬੈਂਗਨੀ ਔਰ ਕਿਰਮਚੀ ਮਹੀਨ ਓਨੇ ਹੋਏ ਕਤਾਨ ਦੇ ਬਣਾਈ ਅਤੇ ਇਹ ਕਸੀਦੇ ਕਾਰ ਦਾ ਕੰਮ ਹੋਵੇ। ਉਹਨਾਂ ਦੀਆਂ ਥੰਮੀਆਂ 4 ਅਤੇ ਉਹਨਾਂ ਦੀਆਂ ਛੀਤੀਆਂ 4 ਹੋਣ ਅਤੇ ਹਾਤੇ ਦੀਆਂ ਸਾਰੀਆਂ ਥੰਮੀਆਂ ਚੁਫੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਹਨਾਂ ਦੇ ਕੁੰਡੇ ਚਾਂਦੀ ਦੇ ਅਤੇ ਉਹਨਾਂ ਦੀਆਂ ਥੰਮੀਆਂ ਪਿੱਤਲ ਦੀਆਂ ਹੋਣ। ਹਾਤੇ ਦੀ ਲੰਬਾਈ 100 ਹੱਥ ਔਰ ਚੌੜਾਈ ਸਭਨੀ ਤਾਈਂ 50 ਹੱਥ ਅਤੇ ਉਸਦੀ ਉਚਾਈ 5 ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਹਨਾਂ ਦੀਆਂ ਛੀਤੀਆਂ ਪਿੱਤਲ ਦੀਆਂ ਹੋਣ। ਡੇਰੇ ਦਾ ਸਾਰਾ ਸਮਾਨ ਜਿਹੜਾ ਉਸਦੀ ਸਾਰੀ ਉਪਾਸਨਾ ਲਈ ਹੋਵੇ ਅਤੇ ਉਹਦੀਆਂ ਸਾਰੀਆਂ ਕੀਲੀਆਂ ਅਤੇ ਹਾਤੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਹੋਣ। ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਿਰੋਲ ਕੁਟੁੰਬਾਂ ਜੈਤੂਨ ਦਾ ਤੇਲ ਚਾਨਣੇ ਲਈ ਲਿਆਉਣ ਤਾਂ ਜੋ ਸਮਾਧਾਨ ਦਾ ਸਦਾ ਜਗਦਾ ਰਹੇ ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਦੇ ਬਾਹਰ ਜਿਹੜਾ ਸਾਕੀ ਦੇ ਅੱਗੇ ਹੈ ਹਾਰੂਨ ਔਰ ਉਸਦੇ ਪੁੱਤਰ ਉਹਨੂੰ ਸ਼ਾਮ ਤੋਂ ਸਵੇਰ ਤੱਕ ਯਹੋਵਾ ਅੱਗੇ ਸਵਾਰਨ। ਇਹ ਸਦਾ ਦੀ ਵਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ। ਪਹਿਲਾ ਰਾਜਿਆਂ ਦੀ ਪੋਥੀ ਅਧਿਆਇ 21। ਤਾਂ ਯੂੰ ਹੋਇਆ ਕਿ ਇਹਨਾਂ ਗੱਲਾਂ ਦੇ ਪਿੱਛੋਂ ਨਾਬੋਤ
ਇਜ਼ਰਾਈਲ ਦੇ ਕੋਲ ਅੰਗੂਰਾਂ ਦਾ ਬਾਗ ਸੀ, ਜਿਹੜਾ ਇਸਰਾਏਲੀ ਵਿੱਚ ਅਤੇ ਸਮਰੀਆ ਦੇ ਪਾਦਸ਼ਾਹ ਆਹਾਬ ਦੇ ਮਹਿਲ ਦੇ ਨਾਲ ਲਗਵਾ ਸੀ। ਆਹਾਬ ਨਾਬੋਤ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇ, ਭਈ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ, ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲਗਵਾ ਹੈ, ਅਤੇ ਮੈਂ ਤੈਨੂੰ ਉਹਦੇ ਤਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ, ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹਦੇ ਲਈ ਚਾਂਦੀ ਦਿਆਂਗਾ। ਤਾਂ ਨਾਬੋਤ ਨੇ ਆਹਾਬ ਨੂੰ ਆਖਿਆ ਕਿ ਯਹੋਵਾ ਇਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਓ ਦਾਦਿਆਂ ਦੀ ਮਿਰਾਸ ਤੁਹਾਨੂੰ ਦੇਵਾਂ। ਤਾਂ ਆਹਾਬ ਆਪਣੇ ਘਰ ਨੂੰ ਗਿਆ। ਉਹ ਉਸ ਗੱਲ ਤੋਂ ਗੁੱਸੇ ਵਿੱਚ ਵੱਟਿਆ ਕੁੱਟਿਆ ਹੋਇਆ ਸੀ ਜੋ ਇਸਰਾਏਲੀ ਨਾਬੋਤ ਨੇ ਉਹਨੂੰ ਆਖੀ ਸੀ, ਭਈ ਮੈਂ ਤੁਹਾਨੂੰ ਆਪਣੇ ਪਿਓ ਦਾਦਿਆਂ ਦੀ ਮਿਰਾਸ ਨਹੀਂ ਦਿਆਂਗਾ। ਉਹ ਆਪਣੇ ਪਲੰਗ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਔਰ ਰੋਟੀ ਨਾ ਖਾਧੀ। ਤਾਂ ਉਹਦੀ ਰਾਣੀ ਇਜ਼ਬੇਲ ਉਹਦੇ ਕੋਲ ਆਈ ਅਤੇ ਉਹਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ, ਸੋ ਤੈਂ ਰੋਟੀ ਨਹੀਂ ਖਾਧੀ? ਉਹ ਉਸ ਨੂੰ ਬੋਲਿਆ ਕਿ ਮੈਂ ਇਸਰਾਏਲੀ ਨਾਬੋਤ ਨਾਲ ਗੱਲ ਕੀਤੀ ਸੀ ਅਤੇ ਮੈਂ ਉਸ ਨੂੰ ਆਖਿਆ ਸੀ, ਭਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇ, ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹਦੇ ਤਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ। ਪਰ ਉਸਨੇ ਆਖਿਆ, ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ। ਤਾਂ ਉਹਦੀ ਰਾਣੀ ਇਜ਼ਬੇਲ ਨੇ ਉਹਨੂੰ ਆਖਿਆ ਕਿ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈ, ਉੱਠ ਰੋਟੀ ਖਾ ਅਤੇ ਆਪਣਾ ਮਨ ਪਾਉਂਦਾ ਭੋਗ ਬਿਲਾਸ ਕਰ। ਮੈਂ ਤੈਨੂੰ ਇਸਰਾਏਲੀ ਨਾਬੋਤ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ। ਸੋ ਉਸਨੇ ਆਹਾਬ ਦੇ ਨਾਂ ਉੱਤੇ ਪਰਵਾਨੇ ਲਿਖੇ ਅਤੇ ਉਹਨਾਂ ਉੱਤੇ ਉਹਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਕੱਲੇ ਜਿਹੜੇ ਉਹਦੇ ਸ਼ਹਿਰੀ ਸਨ ਅਤੇ ਨਾਬੋਤ ਦੇ ਨੇੜੇ ਵਸਦੇ ਸਨ। ਤਾਂ ਉਸਨੇ ਪਰਵਾਨਿਆਂ ਵਿੱਚ ਲਿਖਿਆ ਕਿ ਵਰਤ ਦੀ ਡਾਉਂਡੀ ਫਿਰਾਓ ਅਤੇ ਨਾਬੋਤ ਨੂੰ ਲੋਕਾਂ ਦੇ ਸਿਰੇ ਤੇ ਬਿਠਾਓ। ਤਾਂ ਸਤਾਨ ਦੇ ਪੁੱਤਰਾਂ ਵਿੱਚੋਂ 2 ਮਨੁੱਖਾਂ ਨੂੰ ਉਸਦੇ ਸਾਹਮਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਰ ਅਤੇ ਪਾਤਸ਼ਾਹ ਨੂੰ ਦੁਰਵਚਨ ਬੋਲਿਆ ਹੈ। ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਤਰਾਵ ਕਰਨ ਕਿ ਉਹ ਮਰ ਜਾਵੇ। ਸੋ ਉਹਦੇ ਸ਼ਹਿਰ ਦੇ ਲੋਕਾਂ ਨੇ ਅਰਥਾਤ ਬਜ਼ੁਰਗਾਂ ਅਤੇ ਭਲੇ ਲੋਕਾਂ ਜੋ ਉਹਦੇ ਸ਼ਹਿਰ ਦੇ ਵਾਸੀ ਸਨ, ਜਿਵੇਂ ਇਜ਼ਬੇਲ ਨੇ ਉਹਨਾਂ ਨੂੰ ਸੁਨੇਹਾ ਘੱਲਿਆ ਸੀ ਅਤੇ ਜਿਵੇਂ ਉਹਨਾਂ ਪਰਵਾਨਿਆਂ ਵਿੱਚ ਲਿਖਿਆ ਸੀ, ਜੋ ਉਸ ਉਹਨਾਂ ਨੂੰ ਕੱਲੇ ਤਿਵੇਂ ਹੀ ਕੀਤਾ। ਉਹਨਾਂ ਨੇ ਵਰਤ ਦੀ ਡਾਉਂਡੀ ਫਿਰਾਈ ਅਤੇ ਨਾਬੋਤ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾਇਆ, ਤਾਂ ਜੋ ਸ਼ੈਤਾਨੀ ਮਨੁੱਖ ਅੰਦਰ ਆਏ ਅਤੇ ਉਸਦੇ ਸਾਹਮਣੇ ਬੈਠ ਗਏ। ਤਾਂ ਇਨ੍ਹਾਂ ਸ਼ੈਤਾਨੀ ਮਨੁੱਖਾਂ ਨੇ ਉਸਦੇ ਉੱਤੇ ਅਰਥਾਤ ਨਾਬੋਤ ਉੱਤੇ ਲੋਕਾਂ ਦੇ ਅੱਗੇ ਗਵਾਹੀ ਦਿੱਤੀ ਕਿ ਨਾਬੋਤ ਨੇ ਪਰਮੇਸ਼ਰ ਅਤੇ ਪਾਤਸ਼ਾਹ ਨੂੰ ਦੁਰਵਚਨ ਆਖੇ ਹਨ। ਤਾਂ ਉਹ ਉਸ ਨੂੰ ਸ਼ਹਿਰੋਂ ਬਾਹਰ ਲੈ ਆਏ ਅਤੇ ਉਸ ਨੂੰ ਪਥਰਾਓ ਕਰਕੇ ਮਾਰ ਸੁੱਟਿਆ। ਤਾਂ ਉਹਨਾਂ ਨੇ ਇਜ਼ਬੇਲ ਨੂੰ ਕਿਹਾ ਘੱਲਿਆ ਕਿ ਨਾਬੋਤ ਨੂੰ ਪਥਰਾਓ ਕੀਤਾ ਗਿਆ ਔਰ ਉਹ ਮਰ ਗਿਆ ਹੈ। ਤਾਂ ਯੂੰ ਹੋਇਆ ਕਿ ਜਦ ਇਜ਼ਬੇਲ ਨੇ ਸੁਣਿਆ ਕਿ ਨਾਬੋਤ ਉੱਤੇ ਪਥਰਾਓ ਕੀਤਾ ਗਿਆ ਅਤੇ ਉਹ ਮਰ ਗਿਆ ਹੈ, ਤਾਂ ਇਜ਼ਬੇਲ ਨੇ ਆਹਾਬ ਨੂੰ ਆਖਿਆ, ਉੱਠ ਅਤੇ ਇਸਰਾਏਲੀ ਨਾਬੋਤ ਦੇ ਅੰਗੂਰੀ ਬਾਗ ਨੂੰ ਕਬਜ਼ੇ ਵਿੱਚ ਲੈ, ਜਿਹੜਾ ਉਹ ਤੈਨੂੰ ਚਾਂਦੀ ਲੈ ਕੇ ਦੇਣਾ ਨਹੀਂ ਚਾਹੁੰਦਾ ਸੀ, ਕਿਉਂ ਜੋ ਨਾਬੋਤ ਜਿਉਂਦਾ ਨਹੀਂ ਸਗੋਂ ਉਹ ਤਾਂ ਮਰ ਗਿਆ ਹੈ। ਅਤੇ ਯੂੰ ਹੋਇਆ ਕਿ ਜਦ ਆਹਾਬ ਨੇ ਸੁਣਿਆ ਕਿ ਨਾਬੋਤ ਮਰ ਗਿਆ, ਤਾਂ ਆਹਾਬ ਉੱਠਿਆ ਕਿ ਨਾਬੋਤ ਇਸਰਾਏਲੀ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰਨ ਲਈ ਹੇਠਾਂ ਜਾਵੇ। ਤਾਂ ਯਹੋਵਾ ਦਾ ਵਚਨ ਏਲੀਆ ਤਿਸਬੀ ਨੂੰ ਆਇਆ ਕਿ ਉੱਠ ਅਤੇ ਇਸਰਾਏਲ ਦੇ ਪਾਤਸ਼ਾਹ ਆਹਾਬ ਨੂੰ ਜੋ ਸਮਰੀਆ ਵਿੱਚ ਵਸਦਾ ਹੈ ਜਾ ਮਿਲ। ਵੇਖ, ਉਹ ਨਾਬੋਤ ਦੇ ਅੰਗੂਰੀ ਬਾਗ ਵਿੱਚ ਹੈ ਅਤੇ ਉਸਦਾ ਕਬਜ਼ਾ ਲੈਣ ਨੂੰ ਉੱਤੇ ਗਿਆ ਹੈ।
ਤੂੰ ਉਹਨੂੰ ਬੋਲ ਕਿ ਯਹੋਵਾ ਯੂੰ ਫਰਮਾਉਂਦਾ ਹੈ ਕਿ ਤੂੰ ਕੂਣੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ। ਤੂੰ ਉਹਨੂੰ ਬੋਲ ਕਿ ਯਹੋਵਾ ਯੂੰ ਫਰਮਾਉਂਦਾ ਹੈ ਕਿ ਜਿੱਤੇ ਕੁੱਤਿਆਂ ਨੇ ਨਾਬੋਤ ਦਾ ਲਹੂ ਚੱਟਿਆ ਉੱਤੇ ਤੇਰਾ ਲਹੂ ਚੱਟਣਗੇ। ਹਾਂ, ਤੇਰਾ ਵੀ। ਅੱਗੋਂ ਆਹਾਬ ਨੇ ਏਲੀਆ ਨੂੰ ਆਖਿਆ, ਹੇ ਮੇਰੀਆਂ ਦੁਸ਼ਮਣਾ, ਤੈਂ ਮੈਨੂੰ ਲੱਭ ਲਿਆ? ਉਸ ਉੱਤਰ ਦਿੱਤਾ, ਹਾਂ ਲੱਭ ਲਿਆ, ਕਿਉਂਜੋ ਤੈਂ ਯਹੋਵਾ ਦੇ ਵੇਖਦਿਆਂ ਤੇ ਬੁਰਿਆਈ ਕਰਨ ਲਈ ਆਪ ਨੂੰ ਵੇਚ ਦਿੱਤਾ। ਤੂੰ ਵੇਖੇਂਗਾ ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਆਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਦੀਏ ਅਤੇ ਆਜ਼ਾਦ ਵੱਢ ਸੁੱਟਾਂਗਾ ਅਤੇ ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਰੋਬੋਆਮ ਦੇ ਘਰਾਣੇ ਵਾਂਗੂ ਤੇ ਅਗਿਯਾ ਦੇ ਪੁੱਤਰ ਬਾਸ਼ਾ ਦੇ ਘਰਾਣੇ ਵਾਂਗੂ ਕਰ ਦਿਆਂਗਾ। ਉਸ ਕਿੱਚ ਦੇ ਕਾਰਨ ਜਿਹਦੇ ਨਾਲ ਤੈਂ ਮੈਨੂੰ ਕਿੱਚਿਆ ਅਤੇ ਇਸ ਤੋਂ ਵੀ ਕਿ ਤੈਂ ਇਜ਼ਰਾਇਲ ਤੋਂ ਪਾਪ ਕਰਾਇਆ। ਇਜ਼ਬੇਲ ਲਈ ਵੀ ਯਹੋਵਾ ਦਾ ਵਚਨ ਹੈ ਕਿ ਇਜ਼ਬੇਲ ਨੂੰ ਇਸਰਾਏਲ ਦੀ ਸਫੀਲ ਕੋਲ ਕੁੱਤੇ ਖਾਣਗੇ ਅਤੇ ਆਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ ਉਹਨੂੰ ਕੁੱਤੇ ਖਾਣਗੇ ਅਤੇ ਜਿਹੜਾ ਰੱਡ ਵਿੱਚ ਮਰੇਗਾ ਉਹਨੂੰ ਆਕਾਸ਼ ਦੇ ਪੰਛੀ ਖਾਣਗੇ। ਪਰ ਆਹਾਬ ਵਰਗਾ ਕੋਈ ਨਹੀਂ ਹੋਇਆ ਜਿਸ ਯਹੋਵਾ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਹਦੀ ਰਾਣੀ ਇਜ਼ਬੇਲ ਨੇ ਪਰੇਰਿਆ। ਉਹਨੇ ਅਤ ਘਿਨਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂ ਜਿਨ੍ਹਾਂ ਨੂੰ ਯਹੋਵਾ ਨੇ ਇਸਰਾਏਲੀਆਂ ਦੇ ਅੱਗੇ ਕੱਟ ਦਿੱਤਾ ਸੀ, ਉਹ ਬੁੱਤਾਂ ਦੇ ਮਗਰ ਲੱਗ ਗਿਆ। ਤਾਂ ਇਉਂ ਹੋਇਆ ਕਿ ਜਦ ਆਹਾਬ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਈ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ ਹੌਲੀ ਚੱਲਣ ਲੱਗਾ। ਤਾਂ ਯਹੋਵਾ ਦਾ ਵਚਨ ਏਲੀਆ ਤਿਸਬੀ ਨੂੰ ਆਇਆ ਕਿ ਤੂੰ ਵੇਖਦਾ ਹੈ ਕਿ ਆਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ, ਇਸ ਲਈ ਕਿ ਉਹਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ। ਮੈਂ ਉਹਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ, ਪਰ ਉਹਦੇ ਪੁੱਤਰ ਦੇ ਦਿਨਾਂ ਵਿੱਚ ਉਹਦੇ ਘਰਾਣੇ ਉੱਤੇ ਉਹ ਬੁਰਿਆਈ ਲਿਆਵਾਂਗਾ। ਜਬਰਾਂ ਦੀ ਪੋਥੀ ਅਧਿਆਇ 45। ਮੇਰਾ ਮਨ ਇੱਕ ਚੰਗੀ ਗੱਲ ਨਾਲ ਉਛਲ ਰਿਹਾ ਹੈ। ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ ਉਹ ਮੈਂ ਸੁਣਾਉਂਦਾ ਹਾਂ। ਮੇਰੀ ਰਸਨਾ ਸੁਚੇਤ ਲਿਖਾਰੀ ਦੀ ਲਿਖਣ ਹੈ। ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈ, ਤੇਰੀਆਂ ਬੁੱਲਾਂ ਵਿੱਚ ਦਇਆ ਡੋਲੀ ਜਾਂਦੀ ਹੈ। ਇਸ ਲਈ ਪਰਮੇਸ਼ਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ। ਓਏ ਸੂਰਮੀਆਂ, ਆਪਣੀ ਤਲਵਾਰ ਲੱਕ ਨਾਲ ਬੰਨ, ਉਹ ਤੇਰਾ ਤੇਜ ਅਤੇ ਤੇਰੀ ਉਪਮਾ ਹੈ ਅਤੇ ਆਪਣੇ ਉਪਮਾਨ ਨਾਲ ਸੱਚਾਈ ਅਤੇ ਕੋਮਲਤਾਈ ਅਤੇ ਧਰਮ ਦੇ ਨਿਮਿਤ ਅਸਵਾਰ ਹੋ ਕੇ ਸਫਲ ਹੋ ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ। ਤੇਰੇ ਤੀਰ ਤਿੱਖੇ ਹਨ, ਉਮਤਾਂ ਤੇਰੇ ਹੇਠ ਡਿੱਗਦੀਆਂ ਹਨ, ਪਰ ਉਹ ਪਾਤਸ਼ਾਹ ਦੇ ਵੇਰੀਆਂ ਦੇ ਦਿਲਾਂ ਵਿੱਚ ਹਨ। ਤੇਰਾ ਸਿੰਘਾਸਨ ਪਰਮੇਸ਼ਰ ਵੱਲੋਂ ਸਦਾ ਤਿਕ ਹੈ। ਤੇਰੇ ਰਾਜ ਦਾ ਆਸਾ ਸਿਧਿਆਈ ਦਾ ਆਸਾ ਹੈ। ਤੈਂ ਧਰਮ ਦੇ ਨਾਲ ਪ੍ਰੇਮ ਅਤੇ ਬਦੀ ਦੇ ਨਾਲ ਵੇਰ ਰੱਖਿਆ ਹੈ। ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਹੈ। ਤੇਰੇ ਸਾਰੇ ਬਸਤਰ ਤੋਂ ਸੁਰ ਅਗਰ ਅਤੇ ਤਜ ਦੀ ਵਾਸਨਾ ਆਉਂਦੀ ਹੈ। ਹਾਥੀ ਤੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਬਾਜੀਆਂ ਨੇ ਤੈਨੂੰ ਆਨੰਦ ਕੀਤਾ ਹੈ। ਤੇਰੀਆਂ ਪਤਵੰਤ ਤ੍ਰਿਮਤਾਂ ਵਿੱਚ ਰਾਜਕੁਮਾਰੀਆਂ ਵੀ ਹਨ। ਰਾਣੀ ਤੇਰੇ ਸੱਜੇ ਹੱਥ ਵਫੀਰ ਦੇ ਕੁੰਦਨ ਸੋਨੇ ਨਾਲ ਸਿੰਗਾਰ ਲਾ ਕੇ ਖੜੀ ਹੈ। ਧੀਏ ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੀ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਈ, ਤਾਂ ਪਾਤਸ਼ਾਹ ਨੇ ਤੇਰੇ ਸੁਹੱਪਣ ਤੋਂ ਚੇਟਕ ਲੰਘੇਗੀ, ਕਿਉਂ ਜੋ ਉਹ ਤੇਰਾ ਸਵਾਮੀ ਹੈ।
ਜੋ ਉਹਨੂੰ ਮੱਥਾ ਟੇਕ ਅਤੇ ਸੂਰ ਦੀ ਧੀ ਪੇਟ ਨਾਲ ਹਾਜ਼ਰ ਹੋਵੇਗੀ। ਲੋਕਾਂ ਦੇ ਧਨਵਾਨ ਤੇਰੀ ਕਿਰਪਾ ਲਈ ਬੇਨਤੀ ਕਰਨਗੇ। ਰਾਜਕੁਮਾਰੀ ਅੰਦਰ ਸਰੋਸਰ ਤੇਜਵੰਤ ਹੈ, ਉਸਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ। ਬੂਟੇ ਕੱਢੇ ਹੋਵੇ ਪਹਿਰਾਵੇ ਪਹਿਨੀ ਉਹ ਪਾਦਸ਼ਾਹ ਕੋਲ ਪਹੁੰਚਾਈ ਜਾਵੇਗੀ। ਉਹਦੀਆਂ ਕੁਆਰੀਆਂ ਸਹੇਲੀਆਂ ਉਹਦੇ ਪਿੱਛੇ ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ। ਉਹ ਆਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ। ਉਹ ਪਾਦਸ਼ਾਹ ਦੇ ਮਹਿਲ ਵਿੱਚ ਵੜਨਗੀਆਂ। ਤੇਰੇ ਪਿੱਤਰਾਂ ਦੇ ਤਾਂ ਤੇਰੇ ਪੁੱਤਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਗਾ। ਮੈਂ ਪੀੜ੍ਹੀਓਂ ਪੀੜ੍ਹੀ ਤੇਰੇ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ। ਲੂਕਾ ਦੀ ਇੰਜੀਲ ਅਧਿਆਇ 21। ਉਸਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖਜ਼ਾਨੇ ਵਿੱਚ ਪਾਉਂਦਿਆਂ ਡਿੱਠਾ, ਔਰ ਉਸਨੇ ਇੱਕ ਕੰਗਾਲ ਵਿਧਵਾ ਨੂੰ 2 ਥੰਮੜਿਆਂ ਉੱਤੇ ਪਾਉਂਦਿਆਂ ਵੇਖਿਆ ਤਾਂ ਉਸ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਇਸ ਕੰਗਾਲ ਵਿਧਵਾ ਨੇ ਉਹਨਾਂ ਸਭਨਾਂ ਨਾਲੋਂ ਬਹੁਤ ਪਾ ਦਿੱਤਾ ਹੈ, ਕਿਉਂਜੋ ਉਹਨਾਂ ਸਭਨਾਂ ਨੇ ਆਪਣੇ ਵਾਫਰ ਮਾਲ ਤੋਂ ਕੁਝ ਦਾਨ ਪਾਇਆ, ਪਰ ਇਹਨੇ ਆਪਣੇ ਤੁੜ ਵਿੱਚੋਂ ਸਾਰੀ ਪੂੰਜੀ ਜੋ ਇਹਦੀ ਸੀ ਪਾ ਦਿੱਤੀ। ਜਾਂ ਬਾਜੇ ਲੋਕ ਹੈਕਲ ਦੇ ਵਿਖੇ ਗੱਲਾਂ ਕਰਦੇ ਸਨ, ਜੋ ਉਹ ਸੋਨੇ ਪੱਤਰਾਂ ਅਤੇ ਚੜਾਵਿਆਂ ਨਾਲ ਕਿਹੋ ਜਿਹੀ ਸਵਾਰੀ ਹੋਈ ਹੈ। ਤਾਂ ਉਸ ਆਖਿਆ, ਭਈ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ, ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ, ਜਿਹੜਾ ਡੇਗਿਆ ਨਾ ਜਾਵੇਗਾ। ਅੱਗੋਂ ਉਹਨਾਂ ਉਸ ਤੋਂ ਪੁੱਛਿਆ, ਫਿਰ ਗੁਰੂ ਜੀ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੈ, ਜਾਂ ਇਹ ਗੱਲਾਂ ਹੋਣ ਲੱਗਣਗੀਆਂ? ਤਾਂ ਉਹਨੇ ਆਖਿਆ, ਚੌਕਸ ਰਹੋ, ਭਈ ਤੁਸੀਂ ਕਿਤੇ ਭੁਲਾਵੇ ਵਿੱਚ ਨਾ ਪਾਓ, ਕਿਉਂਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ, ਜੋ ਮੈਂ ਉਹ ਹਾਂ ਅਤੇ ਉਹ ਵੇਲਾ ਨੇੜੇ ਹੈ, ਉਹਨਾਂ ਦੇ ਮਗਰ ਨਾ ਲੱਗਣਾ। ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੇ ਤਾਂ ਘਬਰਾ ਨਾ ਜਾਣਾ, ਕਿਉਂਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ, ਪਰ ਅੰਤ ਉਵੇਂ ਨਹੀਂ। ਤਦ ਉਸਨੇ ਉਹਨਾਂ ਨੂੰ ਕਿਹਾ, ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜਾਈ ਕਰੇਗੀ, ਅਤੇ ਵੱਡੇ ਪੁਚਾਲ ਔਰ ਤਾਂ ਕਾਲ ਅਤੇ ਮਰੀਆਂ ਪੈਣਗੀਆਂ, ਅਤੇ ਭਿਆਨਕ ਚੀਜ਼ਾਂ ਔਰ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ, ਔਰ ਸਮਾਜਾਂ ਅਤੇ ਕੈਦਖਾਨਿਆਂ ਵਿੱਚ ਫੜਵਾ ਦੇਣਗੇ, ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਔਰ ਹਾਕਮਾਂ ਦੇ ਸਾਹਮਣੇ ਲੈ ਜਾਣਗੇ। ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ। ਇਸ ਲਈ ਆਪਣੇ ਮਨ ਵਿੱਚ ਪੱਕ ਠਹਿਰਾ ਛੱਡੋ, ਭਈ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ, ਕਿਉਂਜੋ ਮੈਂ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ, ਜਿਹਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾਂ ਖੰਡਨ ਨਾ ਕਰ ਸਕਣਗੇ, ਅਤੇ ਮਾਂ ਪਿਓ ਔਰ ਭਾਈ ਔਰ ਸਾਖ ਔਰ ਮਿੱਤਰ ਵੀ ਤੁਹਾਨੂੰ ਫੜਵਾਉਣਗੇ, ਅਤੇ ਤੁਹਾਡੇ ਵਿੱਚੋਂ ਕਿੰਨੀਆਂ ਨੂੰ ਮਰਵਾ ਦੇਣਗੇ, ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ। ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ। ਜਾਂ ਤੁਸੀਂ ਯਰੂਸ਼ਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੇ ਤਾਂ ਜਾਣੋ, ਪਈ ਉਹਦਾ ਉਜੜਨਾ ਨੇੜੇ ਆ ਪਹੁੰਚਿਆ ਹੈ। ਤਦ ਉਹ ਜਿਹੜੇ ਯਹੂਦੀਆਂ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ, ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿਕਲ ਜਾਣ, ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹਦੇ ਅੰਦਰ ਨਾ ਵੜਨ, ਕਿਉਂਜੋ ਇਹ ਵਟਾ ਲੈਣ ਦੇ ਦਿਨ ਹਨ। ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। ਅਫਸੋਸ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵਤੀਆਂ ਤੇ ਦੁੱਧ ਚੁੰਘਾਉਣ ਵਾਲੀਆਂ ਹੋਣ, ਕਿਉਂਜੋ
ਧਰਤੀ ਉੱਤੇ ਵੱਡੀ ਤੰਗੀ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ। ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਦੀਏ ਹੋ ਕੇ ਸਬਲ ਕੌਮਾਂ ਵਿੱਚ ਪਹੁੰਚਾਏ ਜਾਣਗੇ ਔਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ, ਜਦ ਤਿਕਰ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ। ਸੂਰਜ ਔਰ ਚੰਦ ਔਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਔਰ ਉਹਦੀਆਂ ਲਹਿਰਾਂ ਦੇ ਖਰਜਣੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ ਔਰ ਡਰ ਦੇ ਮਾਰੇ ਅਤੇ ਉਹਨਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ, ਲੋਕਾਂ ਦੇ ਜੀ ਡੁੱਬ ਜਾਣਗੇ, ਕਿਉਂ ਜੋ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖਾਂ ਦੇ ਪੁੱਤਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਬੱਦਲ ਉੱਤੇ ਆਉਂਦਿਆਂ ਵੇਖਣਗੇ। ਜਾਂ ਇਹ ਗੱਲਾਂ ਹੋਣ ਲੱਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣਾ ਸਿਰ ਚੁੱਕੋ, ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ। ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਪਏ ਖੰਜਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। ਜਦ ਉਹਨਾਂ ਦੇ ਪੱਤਰ ਨਿਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਨਾਲ ਜਾਂ ਤੁਸੀਂ ਵੇਖੋ ਪਈ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਪਈ, ਜਦ ਤੁਹਾਡੀ ਸਭ ਗੱਲਾਂ ਨਾ ਹੋ ਲੈਣ, ਇਹ ਪੀੜ੍ਹੀ ਬੀਤ ਨਾ ਜਾਵੇਗੀ। ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ। ਖਬਰਦਾਰ ਰਹੋ ਪਈ, ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਗ ਤੁਹਾਡੇ ਉੱਤੇ ਅਚਾਨਕ ਆ ਪਵੇ, ਕਿਉਂ ਜੋ ਉਹ ਸਾਰੀ ਧਰਤੀ ਦੀਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਪਈ ਤੁਸੀਂ ਉਹਨਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ ਅਤੇ ਸਭ ਲੋਕ ਉਹਦੀ ਸੁਣਨ ਲਈ ਹੈਕਲ ਵਿੱਚ ਤੜਕੇ ਉਹਦੇ ਕੋਲ ਆਉਂਦੇ ਸਨ। ਲੂਕਾ ਦੀ ਇੰਜਿਲ ਅਧਿਆਇ 22। ਪਤੀਰੀ ਰੋਟੀ ਦਾ ਤਿਉਹਾਰ, ਜਿਹਨੂੰ ਪਸਾ ਕਹਿੰਦੇ ਹਨ, ਨੇੜੇ ਆ ਪਹੁੰਚਿਆ ਔਰ ਪ੍ਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਪਏ, ਉਹਨੂੰ ਕਿੱਕਰ ਜਾਨੋਂ ਮਾਰੀਏ, ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ। ਤਦ ਸਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਓਤੀ ਕਰਕੇ ਆਖੀਦਾ ਹੈ ਅਤੇ ਉਹ ਉਹਨਾਂ 12 ਦੀ ਗਿਣਤੀ ਵਿੱਚ ਸੀ। ਔਰ ਉਸਨੇ ਜਾ ਕੇ ਪ੍ਰਧਾਨ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਮਤਾ ਪਕਾਇਆ ਜੋ ਉਹਨੂੰ ਉਹਨਾਂ ਦੇ ਹੱਥ ਕਿਸ ਵਿਧ ਫੜਵਾ ਦੇਵੇ। ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ। ਉਸਨੇ ਮੰਨ ਲਿਆ ਔਰ ਦਾਊ ਲੱਭਦਾ ਸੀ ਭਈ ਉਹਨੂੰ ਪੀੜ ਦੇ ਨਾ ਹੁੰਦਿਆਂ ਉਹਨਾਂ ਦੇ ਹੱਥ ਫੜਵਾਏ। ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ ਭਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਵੇਖੋ, ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹਦੇ ਮਗਰ ਜਾਈਓ ਅਤੇ ਘਰ ਦੇ ਮਾਲਕ ਨੂੰ ਕਹੀਓ, ਭਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਤਾਂ ਕਿਤੇ ਹੈ ਜਿੱਤੇ ਮੈਂ ਆਪਣੀ ਚੇਲੀਆਂ ਸਣੇ ਪਸਾ ਖਾਵਾਂ। ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਤੇ ਤਿਆਰ ਕਰੋ। ਸੋ ਉਹਨਾਂ ਜਾ ਕੇ ਜਿਹੋ ਜਿਹਾ
ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾ ਤਿਆਰ ਕੀਤੀ। ਜਾਂ ਘੜੀ ਆ ਪਹੁੰਚੀ ਤਾਂ ਉਹ ਖਾਨ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਨਾਲ ਖਾਵਾਂ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹਨੂੰ ਨਾ ਖਾਵਾਂ ਜਦ ਤੀਕਰ ਇਹ ਪਰਮੇਸ਼ਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ। ਉਸਨੇ ਪਿਆਲਾ ਲਿਆ ਔਰ ਸ਼ੁਕਰ ਕਰਕੇ ਆਖਿਆ, ਇਹਨੂੰ ਲੈ ਕੇ ਆਪੋ ਵਿੱਚ ਵੰਡ ਲਵੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਇਦੋਂ ਅੱਗੇ ਮੈਂ ਦਾਖਰਸ ਕਦੇ ਨਾ ਪੀਆਂਗਾ ਜਦ ਤੀਕਰ ਪਰਮੇਸ਼ਰ ਦਾ ਰਾਜ ਨਾ ਆਵੇ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਅਤੇ ਕਾਨ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਉਹ ਫੜਵਾਇਆ ਜਾਂਦਾ ਹੈ। ਤਾਂ ਉਹ ਆਪੋ ਵਿੱਚ ਇਹ ਪੁੱਛਣ ਲੱਗੇ ਭਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ। ਉਹਨਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ। ਪਰ ਉਸਨੇ ਉਹਨਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਹਨਾਂ ਉੱਤੇ ਇਖਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਉਹ ਟਹਿਲ ਵਰਗਾ ਬਣੇ। ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਕਾਨ ਨੂੰ ਬੈਠਦਾ ਹੈ ਜਾਂ ਉਹ ਜਿਹੜਾ ਟਹਿਲ ਕਰਦਾ ਹੈ? ਭਲਾ ਉਹ ਨਹੀਂ ਜਿਹੜਾ ਕਾਨ ਨੂੰ ਬੈਠਦਾ ਹੈ। ਪਰ ਮੈਂ ਤੁਹਾਡੇ ਵਿੱਚ ਟਹਿਲੀਏ ਵਰਗਾ ਹਾਂ ਅਤੇ ਤੁਸੀਂ ਉਹ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਇੱਕ ਰਾਜ ਠਹਿਰਾਉਂਦਾ ਹਾਂ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਨਾਂ ਤੇ ਬੈਠ ਕੇ ਇਸਰਾਏਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਹੇ ਸਿਮਯੋਨ ਸਿਮਯੋਨ, ਵੇਖ ਸਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ, ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨੇਚਾ ਜਾਂਦੀ ਨਾ ਰਹੇ। ਔਰ ਜਾਂ ਤੂੰ ਮੁੜੇ ਤਾਂ ਆਪਣੀਆਂ ਪਾਈਆਂ ਨੂੰ ਤਕੜੇ ਕਰੀ। ਤਦ ਉਸਨੇ ਉਹਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ। ਉਹਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਵਾਂਗ ਨਾ ਦੇਵੇਗਾ ਜਦ ਤੀਕਰ ਤੂੰ 3 ਵਾਰੀ ਮੁੱਕਰ ਕੇ ਨਾ ਕਹੇ ਭਈ ਮੈਂ ਉਹਨੂੰ ਨਹੀਂ ਜਾਣਦਾ। ਉਸਨੇ ਉਹਨਾਂ ਨੂੰ ਆਖਿਆ, ਜਦ ਮੈਂ ਤੁਹਾਨੂੰ ਪਟੂਏ ਅਤੇ ਚੋਲੇ ਅਤੇ ਜੁੱਤੀ ਬਿਨਾ ਘੱਲਿਆ ਤਦ ਤੁਹਾਨੂੰ ਕਾਸੇ ਦੀ ਧੂੜ ਤਾਂ ਨਹੀਂ ਸੀ? ਉਹ ਬੋਲੇ, ਕਾਸੇ ਦੀ ਨਹੀਂ। ਤਦ ਉਸਨੇ ਉਹਨਾਂ ਨੂੰ ਕਿਹਾ, ਪਰ ਹੁਣ ਜਿਹਦੇ ਕੋਲ ਬਟੂਆ ਹੋਵੇ ਸੋ ਲਵੇ ਅਤੇ ਔਰ ਇਸੇ ਤਰ੍ਹਾਂ ਚੋਲਾ ਵੀ, ਅਤੇ ਜਿਹਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ। ਮੈਂ ਤੁਹਾਨੂੰ ਆਖਦਾ ਹਾਂ ਕਿ ਜੀ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰੀਆਰਾਂ ਵਿੱਚ ਗਿਣਿਆ ਗਿਆ, ਸੋ ਮੇਰੇ ਹੱਕ ਵਿੱਚ ਉਹਦਾ ਸੰਪੂਰਨ ਹੋਣਾ ਜ਼ਰੂਰ ਹੈ, ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹਨਾਂ ਨੇ ਪੂਰਾ ਹੋਣਾ ਹੀ ਹੈ। ਉਹ ਬੋਲੇ, ਪ੍ਰਭੂ ਜੀ ਵੇਖ ਇੱਥੇ 2 ਤਲਵਾਰਾਂ ਹਨ। ਤਾਂ ਉਸਨੇ ਉਹਨਾਂ ਨੂੰ ਆਖਿਆ, ਬਸ ਹੈ। ਉਹ ਬਾਹਰ ਨਿਕਲ ਕੇ ਦਸਤੂਰ ਮੁਜਬ ਜੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹਦੇ ਮਗਰ ਤੁਰੇ। ਔਰ ਉਸ ਤਾਂ ਅੱਪੜ ਕੇ ਉਸਨੇ ਉਹਨਾਂ ਨੂੰ ਆਖਿਆ, ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਤਾਂ ਉਸਨੇ ਉਹਨਾਂ ਤੋਂ ਕੋਈ ਟੀਮ ਦੀ ਮਾਰ ਤੇ ਅਲੱਗ ਜਾ ਕੇ
ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੈ ਪਿਤਾ, ਜੇ ਤੈਨੂੰ ਪਾਵੇਂ ਤਾਂ ਇਹ ਪਿਆਲਾ ਮੈਥੋਂ ਹਟਾ ਦੇ, ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ। ਅਤੇ ਸਵਰਗੋਂ ਇੱਕ ਦੂਤ ਉਹਨੂੰ ਵਿਖਾਈ ਦੇ ਕੇ ਉਹਨੂੰ ਸਹਾਰਾ ਦਿੱਤਾ ਸੀ ਅਤੇ ਉਹ ਮਹਾ ਕਸ਼ਟ ਵਿੱਚ ਪੈ ਕੇ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ ਔਰ ਉਹਦਾ ਮੁੜਕਾ ਲਹੂ ਦੀਆਂ ਬੂੰਦਾਂ ਵਾਂਗੂ ਪੋਵੇਂ ਡਿੱਗਦਾ ਸੀ। ਫਿਰ ਪ੍ਰਾਰਥਨਾ ਤੋਂ ਉੱਠ ਕੇ ਉਹ ਚੇਲਿਆਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਡਿੱਠਾ ਅਤੇ ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ, ਭਈ ਪਰਤਾਵੇ ਵਿੱਚ ਨਾ ਪਵੋ। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ ਅਤੇ ਉਹਨਾਂ 12 ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਸਦੀਦਾ ਹੈ, ਉਹਨਾਂ ਦੇ ਅੱਗੇ ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਜੋ ਉਹਨੂੰ ਚੁੰਮੇ। ਤਦ ਯਿਸੂ ਨੇ ਉਹਨੂੰ ਆਖਿਆ, ਯਹੂਦਾ, ਭਲਾ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮੇ ਨਾਲ ਫੜਵਾਉਂਦਾ ਹੈ? ਜਾਂ ਉਹਦੇ ਨਾਲ ਦੀਆਂ ਨੇ ਵੇਖਿਆ ਜੋ ਕਿ ਹੋਣ ਲੱਗਾ ਹੈ? ਤਾਂ ਕਿਹਾ, ਪ੍ਰਭੂ ਜੀ, ਅਸੀਂ ਤਲਵਾਰ ਚਲਾਈਏ। ਅਤੇ ਉਹਨਾਂ ਵਿੱਚੋਂ ਇੱਕ ਨੇ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹਦਾ ਸੱਜਾ ਕੰਨ ਉਡਾ ਦਿੱਤਾ। ਪਰ ਯਿਸੂ ਨੇ ਅੱਗੋਂ ਆਖਿਆ, ਇੱਥੋਂ ਤਿੱਕਰ ਛੱਡ ਦਿਓ ਅਤੇ ਉਹਦਾ ਕੰਨ ਚੋ ਕੇ ਉਸ ਨੂੰ ਚੰਗਾ ਕੀਤਾ। ਤਾਂ ਯਿਸੂ ਨੇ ਉਹਨਾਂ ਪ੍ਰਧਾਨ ਜਾਜਕਾਂ ਅਤੇ ਹੇਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ ਆਏ ਸਨ ਆਖਿਆ, ਭਲਾ ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾ ਫੜੀ ਨਿਕਲੇ ਹੋ, ਜਾਂ ਮੈਂ ਰੋਜ਼ ਤੁਹਾਡੇ ਕੋਲ ਹੈਕਲ ਵਿੱਚ ਹੁੰਦਾ ਸਾਂ ਤਾਂ ਤੁਸਾਂ ਮੇਰੇ ਉੱਤੇ ਹੱਥ ਨਾ ਪਾਏ। ਪਰ ਇਹ ਤੁਹਾਡੀ ਕੜੀ ਅਤੇ ਅਨੇਰੇ ਦਾ ਇਖਤਿਆਰ ਹੈ। ਤਾਂ ਉਹ ਉਸ ਨੂੰ ਫੜ ਕੇ ਚੇਲੇ ਚਲੇ ਅਤੇ ਸਰਦਾਰ ਜਾਜਕ ਦੇ ਘਰ ਵਿੱਚ ਲਿਆਏ ਔਰ ਪਤਰਸ ਕੁਝ ਵਿੱਤ ਦੇ ਪਿੱਛੇ ਪਿੱਛੇ ਤੁਰਿਆ ਆਇਆ ਅਤੇ ਜਾਂ ਉਹ ਵਿਹੜੇ ਦੇ ਅੰਦਰ ਅੱਗ ਬਾਲ ਕੇ ਇਕੱਠੇ ਬੈਠੇ ਸਨ ਤਾਂ ਪਤਰਸ ਉਹਨਾਂ ਦੇ ਵਿੱਚ ਜਾ ਬੇਟਾ। ਇੱਕ ਗੋਲੀ ਨੇ ਉਹਨੂੰ ਅੱਗ ਦੀ ਲੋਅ ਵਿੱਚ ਬੈਠਾ ਵੇਖਿਆ ਅਤੇ ਉਹਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਵੀ ਉਹਦੇ ਨਾਲ ਸੀ। ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੈ ਤ੍ਰਿਮਤ, ਮੈਂ ਉਹਨੂੰ ਜਾਣਦਾ ਹੀ ਨਹੀਂ। ਜਰਾ ਕੋ ਪਿੱਛੋਂ ਕਿਸੇ ਹੋਰ ਨੇ ਉਹਨੂੰ ਵੇਖ ਕੇ ਕਿਹਾ, ਤੂੰ ਵੀ ਉਹਨਾਂ ਹੀ ਵਿੱਚੋਂ ਹੈ। ਪਰ ਪਤਰਸ ਨੇ ਆਖਿਆ, ਸ਼ਖਸਾ ਮੈਂ ਨਹੀਂ ਹਾਂ। ਇੱਕ ਘੜੀ ਕੁ ਮਗਰੋਂ ਕਿਸੇ ਹੋਰ ਨੇ ਪੱਕ ਕਰਕੇ ਕਿਹਾ ਕਿ ਸੱਚੀ ਮੁੱਚੀ ਇਹ ਉਸਦੇ ਨਾਲ ਸੀ, ਕਿਉਂ ਜੋ ਇਹ ਗਲੀਲੀ ਹੈ। ਪਰ ਪਤਰਸ ਨੇ ਆਖਿਆ, ਸ਼ਖਸਾ ਮੈਨੂੰ ਪਤਾ ਨਹੀਂ ਭਈ ਤੂੰ ਕੀ ਆਖਦਾ ਹੈ। ਅਤੇ ਅਜੇ ਉਹ ਬੋਲਦਾ ਹੀ ਸੀ ਕਿ ਚੱਟ ਕੁੱਕੜ ਨੇ ਬਾਂਗ ਦਿੱਤੀ। ਤਾਂ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਚੇਤੇ ਆਈ ਜੋ ਉਸਨੇ ਉਹਨੂੰ ਕਹੀ ਸੀ, ਭਈ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ 3 ਵਾਰੀ ਤੂੰ ਮੇਰਾ ਇਨਕਾਰ ਕਰੇਗਾ। ਔਰ ਉਹ ਬਾਹਰ ਗਿਆ ਅਤੇ ਭੂਪਾ ਮਾਰ ਕੇ ਰੋਇਆ। ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਹੋਇਆ ਸੀ ਸੋ ਉਹਨੂੰ ਟੱਟਾ ਕਰਨ ਅਤੇ ਮਾਰਨ ਲੱਗੇ ਅਤੇ ਉਹਨਾਂ ਉਸ ਦੀਆਂ ਅੱਖੀਆਂ ਬੰਨੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਅਗਮ ਗਿਆਨ ਨਾਲ ਦੱਸ ਭਈ ਤੈਨੂੰ ਕਿਨੇ ਮਾਰਿਆ। ਔਰ ਉਹਨਾਂ ਨੇ ਕੁਫਰ ਬਖਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ। ਜਾਂ ਦਿਨ ਚੜਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਪ੍ਰਧਾਨ ਜਾਜਕ ਔਰ ਗ੍ਰੰਥੀ ਇਕੱਠੇ ਹੋ ਕੇ ਉਹਨੂੰ ਆਪਣੀ ਮਹਾ ਸਭਾ ਵਿੱਚ ਲੈ ਗਏ ਅਤੇ ਬੋਲੇ, ਜੇ ਤੂੰ ਮਸੀਹ ਹੈ ਤਾਂ ਸਾਨੂੰ ਦੱਸ। ਤਦ ਉਸਨੇ ਉਹਨਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਪਈ ਪ੍ਰਤੀਤ ਕਦੇ ਨਾ ਕਰੋਗੇ, ਔਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਵੋਗੇ। ਪਰ ਇਦੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ਰ ਦੀ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਵੇਗਾ। ਤਦ ਉਹਨਾਂ ਸਭਨਾਂ ਆਖਿਆ, ਭਲਾ ਫਿਰ ਤੂੰ ਪਰਮੇਸ਼ਰ ਦਾ ਪੁੱਤਰ ਹੈ? ਉਸਨੇ ਉਹਨੂੰ ਆਖਿਆ, ਸਤ ਵਚਨ ਮੈਂ ਉਹ ਹਾਂ। ਤਦ ਉਹਨਾਂ ਨੇ ਕਿਹਾ, ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ, ਕਿਉਂ ਜੋ ਅਸਾਂ ਆਪ ਉਹਦੇ ਮੂੰਹੋਂ ਸੁਣਿਆ ਹੈ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 27
ਇਸ ਵਿੱਚ ਪਰਮੇਸ਼ਰ ਜਗਵੇਦੀ ਅਤੇ ਹਾਥੇ ਦੀ ਬਣਤ ਨੂੰ ਬਣਾਉਣ ਦਾ ਤਰੀਕਾ ਸਿਖਾ ਰਿਹਾ। ਨਾਲੇ ਕਹਿੰਦਾ ਹੈ ਕਿ ਸਮਾਧਾਨ ਦੀ ਦੀਵੇ ਪਰਮੇਸ਼ਰ ਦੇ ਸਨਮੁਖ ਸਦਾ ਜਗਦਾ ਰਹੇ। ਇਸ ਨੂੰ ਸਦਾ ਦੀ ਵਿਧੀ ਕਰਕੇ ਹਾਰੂਨ ਅਤੇ ਸਾਰੇ ਜਾਜਕ ਇਸਰਾਏਲ ਦੇ ਲਈ ਠਹਿਰਾਵੇ, ਤਾਂ ਕਿ ਉਹ ਪ੍ਰਭੂ ਦੀ ਉਸ ਸਮਾਧਾਨ ਦੀ ਦੀਵੇ ਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਸਵਾਰਨ। ਇਹਨਾਂ ਗੱਲਾਂ ਨੂੰ ਸਿਖਾਉਣ ਦੇ ਰਾਹੀਂ ਉਹ ਆਪਾਂ ਨੂੰ ਇਹ ਸਿਖਾਉਂਦਾ ਹੈ ਕਿ ਉਹਦੇ ਸਨਮੁਖ ਉਹਦੇ ਪਰਜਾ ਸਦਾ ਜਾਗਦੇ ਰਹਿੰਦੇ ਹੋਏ ਪ੍ਰਾਰਥਨਾ ਬਿਨਤੀ ਵਿੱਚ ਲੱਗੇ ਰਹਿਣ ਲਈ। ਅੱਗੇ ਪਹਿਲਾ ਰਾਜਿਆਂ ਦੀ ਕਿਤਾਬ ਅਧਿਆਇ 21 ਦੇ ਵਿੱਚ ਆਪਾਂ ਵੇਖਦੇ ਹਾਂ, ਇਸਰਾਏਲ ਦਾ ਪਾਦਸ਼ਾਹ ਆਹਾਬ ਨਾਬੋਤ ਦੇ ਅੰਗੂਰ ਦੀ ਬਾਗ ਉੱਤੇ ਲਾਲਚ ਕਰਦਾ ਅਤੇ ਉਹਦੀ ਰਾਣੀ ਇਜ਼ਬੇਲ ਉਹਨੂੰ ਮਾਰ ਕੇ ਉਸ ਨਾਬੋਤ ਦੀ ਅੰਗੂਰ ਦੀ ਬਾਗ ਨੂੰ ਆਹਾਬ ਨੂੰ ਦਿਵਾਉਂਦੀ ਹੈ। ਇਸ ਦੇ ਪਿੱਛੇ ਆਹਾਬ ਉਹਦੇ ਸਾਰੇ ਵੰਸ਼ ਉੱਤੇ ਪਰਿਵਾਰ ਉੱਤੇ ਸਰਾਪ ਨੂੰ ਲੈ ਆਉਂਦਾ। ਉਹ ਉਸ ਦੁਨੀਆਦਾਰੀ ਬਰਕਤ ਉੱਤੇ ਲਾਲਚ ਕਰਕੇ ਇੱਕ ਆਦਮੀ ਨੂੰ ਮਰਵਾਉਣ ਦੇ ਕਾਰਨ ਉਸ ਸਰਾਪ ਨੂੰ ਉਹਦੇ ਸਾਰੇ ਪਰਿਵਾਰ ਉੱਤੇ ਲੈ ਆਉਂਦਾ। ਅੱਗੇ ਆਪਾਂ ਜ਼ਬਰਾਂ ਦੀ ਪੋਥੀ ਅਧਿਆਇ 45 ਦੇ ਵਿੱਚ ਵੇਖਦੇ ਹਾਂ, ਜਿਸ ਪ੍ਰਕਾਰ ਪਤੀ ਦਾ ਰਿਸ਼ਤਾ ਪਤਨੀ ਨਾਲ ਹੈ, ਉਸੇ ਪ੍ਰਕਾਰ ਪ੍ਰਭੂ ਪਰਮੇਸ਼ਰ ਦਾ ਰਿਸ਼ਤਾ ਉਹਦੇ ਕਲੀਸਿਆ ਨਾਲ ਹੈ। ਜਿਸ ਪ੍ਰਕਾਰ ਇੱਕ ਪਤਨੀ ਆਪਣੇ ਪਿਓ ਦੇ ਪਰਿਵਾਰ ਨੂੰ ਟੱਬਰ ਨੂੰ ਭੁੱਲ ਕੇ ਸਦਾ ਆਪਣੀ ਪਤੀ ਦਾ ਅਤੇ ਉਸ ਪਰਿਵਾਰ ਦਾ ਖਿਆਲ ਰੱਖਦੀ ਹੈ, ਉਸੇ ਪ੍ਰਕਾਰ ਕਲੀਸਿਆ ਨੂੰ ਚਾਹੀਦਾ ਹੈ ਕਿ ਉਸ ਪਰਮੇਸ਼ਰ ਉੱਤੇ ਅਤੇ ਉਹਦੀਆਂ ਗੱਲਾਂ ਉੱਤੇ ਧਿਆਨ ਰੱਖਣ ਦਾ। ਸਿਰਫ ਆਪਣੇ ਪਤੀ ਦਾ ਆਦਰ ਜਿਵੇਂ ਇੱਕ ਪਤਨੀ ਨੂੰ ਕਰਨਾ ਚਾਹੀਦਾ ਹੈ, ਉਸੇ ਪ੍ਰਕਾਰ ਪਰਮੇਸ਼ਰ ਨੂੰ ਹੀ ਆਪਣਾ ਸਰਦਾਰ ਬਣਾ ਕੇ ਉਹਦੇ ਟਹਿਲ ਸੇਵਾ ਕਰਨਾ ਅਤੇ ਉਹਦੇ ਲਈ ਧੰਨਵਾਦ ਸਦਾ ਕਰਦਾ ਰਹਿ। ਅੱਗੇ ਆਪਾਂ ਲੂਕਾ ਦੀ ਇੰਜੀਲ ਅਧਿਆਇ 21 ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇੱਕ ਕੰਗਾਲ ਭੈਣ ਪਰਮੇਸ਼ਰ ਦੇ ਲਈ ਦਾਨ ਪਾਉਂਦੀ ਹੈ ਅਤੇ ਉਸ ਗੱਲ ਨੂੰ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਸਭ ਤੋਂ ਜ਼ਿਆਦਾ ਇਸ ਭੈਣ ਨੇ ਪ੍ਰਭੂ ਦੇ ਲਈ ਦਿੱਤੀ ਹੈ। ਸਾਰੇ ਆਪਣੇ ਵਾਫਰ ਤਨ ਤੋਂ ਦਿੱਤੇ, ਪਰ ਇਹ ਜੋ ਆਪਣੇ ਜੀਵਨ ਦੇ ਲਈ ਰੱਖ ਛੱਡੀ ਸੀ, ਉਸ ਨੂੰ ਪਰਮੇਸ਼ਰ ਦੇ ਲਈ ਦੇ ਦਿੱਤੀ ਹੈ। ਮਤਲਬ ਇਸ ਤੋਂ ਪ੍ਰਭੂ ਯਿਸੂ ਮਸੀਹ ਸਿਖਾਉਂਦਾ ਹੈ ਕਿ ਜਿਸ ਪ੍ਰਕਾਰ ਇਹ ਭੈਣ ਆਪਣੇ ਜਾਨ ਦੀ ਪਰਵਾਹ ਨਾ ਕਰਕੇ ਪਰਮੇਸ਼ਰ ਦੀ ਸੇਵਾ ਦੇ ਲਈ ਅੱਗੇ ਆਈ, ਉਸੇ ਪ੍ਰਕਾਰ ਉਹਦੇ ਕਲੀਸਿਆ ਨੂੰ ਚਾਹੀਦਾ ਹੈ ਕਿ ਉਹਦੇ ਸੇਵਕਾਈ ਨੂੰ ਕਰਨ ਦਾ। ਇਸ ਅਧਿਆਇ ਦੇ ਵਿੱਚ ਇੱਕ ਹੋਰ ਗੱਲ ਨੂੰ ਆਪਾਂ ਵੇਖਦੇ ਹਾਂ, ਅੰਤ ਕਾਲ ਦੇ ਵਿੱਚ ਜਿਹੜਾ ਪ੍ਰਭੂ ਉੱਤੇ ਵਿਸ਼ਵਾਸ ਕਰਦਾ ਹੈ, ਉਹ ਆਪਣੇ ਧੀਰਜ ਨਾਲ ਆਪਣੇ ਜਾਨ ਨੂੰ ਬਚਾ ਲੈਂਦਾ ਹੈ ਅਤੇ ਜਿਹੜਾ ਪ੍ਰਭੂ ਉੱਤੇ ਪੈ ਮੰਨਦਾ ਹੈ, ਉਹਦੇ ਨਾਲ ਅੰਤ ਕਾਲ ਦੇ ਸਮਾਂ ਦੇ ਵਿੱਚ ਕੋਈ ਬੁਰਾਈ ਨਹੀਂ ਹੋਵੇਗੀ। ਜਦ ਤੱਕ ਪਰਮੇਸ਼ਰ ਉਹਨਾਂ ਨਾਲ ਹੋਵੇ, ਉਹਨਾਂ ਦੇ ਬਾਲ ਵੀ ਬਿੰਗਾ ਹੋਣ ਨਹੀਂ ਦੇਵੇਗਾ। ਅਤੇ ਪ੍ਰਭੂ ਪਰਮੇਸ਼ਰ ਕਹਿੰਦਾ ਹੈ ਕਿ ਜਿਹੜਾ ਪ੍ਰਭੂ ਦੇ ਉੱਤੇ ਭਰੋਸਾ ਰੱਖਦੇ ਹੋਏ ਇਸ ਦੁਨੀਆ ਦੀ ਚਿੰਤਾਵਾਂ ਨੂੰ ਛੱਡ ਕੇ ਪ੍ਰਭੂ ਦੇ ਸਨਮੁਖ ਸਦਾ ਬਿਨਤੀ ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣਗੇ, ਉਹ ਬਚਾਇਆ ਜਾਣਗੇ ਉਸ ਵਿਪਤਾ ਤੋਂ ਜਿਹੜੇ ਅੰਤ ਕਾਲ ਦੇ ਵਿੱਚ ਸਾਰੀ ਦੁਨੀਆ ਨੂੰ ਨਾਸ ਕਰਨ ਲਈ ਆਉਂਦੀ ਹੈ। ਅੱਗੇ ਆਪਾਂ ਲੂਕਾ ਦੀ ਇੰਜੀਲ ਅਧਿਆਇ 22 ਦੇ ਵਿੱਚ ਵੇਖਦੇ ਹਾਂ, ਪ੍ਰਭੂ ਯਿਸੂ ਮਸੀਹ ਇਸ ਅਧਿਆਇ ਦੇ ਵਿੱਚ ਪਸਾ ਦੇ ਤਿਉਹਾਰ ਦੇ ਸਮਾਂ ਦੇ ਵਿੱਚ ਫੜਵਾਇਆ ਜਾ ਰਿਹਾ ਹੈ
ਅਤੇ ਯਹੂਦਾ ਇਸਕਰਿਓਤ ਉਹਨਾਂ 12 ਦੇ ਵਿੱਚ ਇੱਕ ਜਿਹੜਾ ਮਾਇਆ ਅਤੇ ਇਸ ਦੁਨੀਆਦਾਰੀਆਂ ਗੱਲਾਂ ਉੱਤੇ ਚਿੱਤ ਲਾਉਂਦਾ ਸੀ, ਉਹ ਪ੍ਰਭੂ ਯਿਸੂ ਮਸੀਹ ਨੂੰ ਫੜਵਾ ਰਿਹਾ। ਜਿਹੜੀਆਂ ਗੱਲਾਂ ਨੂੰ ਪ੍ਰਭੂ ਯਿਸੂ ਮਸੀਹ ਯਹੂਦਾ ਇਸਕਰਿਓਤ ਪ੍ਰਤੀ ਅਤੇ ਪਤਰਸ ਦੇ ਪ੍ਰਤੀ ਆਖਦਾ ਹੈ, ਉਹ ਸਾਰੀਆਂ ਗੱਲਾਂ ਇਸ ਅਧਿਆਇ ਦੇ ਵਿੱਚ ਪੂਰੀਆਂ ਹੁੰਦੀਆਂ ਨੇ। ਇਸ ਤੋਂ ਪ੍ਰਭੂ ਯਿਸੂ ਮਸੀਹ ਇਹ ਸਿਖਾਉਂਦਾ ਹੈ ਕਿ ਉਹਦੀ ਮਰਜ਼ੀ ਬਿਨਾਂ ਕਿਸੇ ਨਾਲ ਵੀ ਕੋਈ ਵੀ ਕੰਮ ਨਹੀਂ ਹੁੰਦਾ ਹੈ ਅਤੇ ਪਤਰਸ ਨੂੰ ਆਖਦਾ ਹੈ, ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ, ਜਦ ਤੂੰ ਠੀਕ ਹੋ ਜਾਵੇਗਾ ਤੂੰ ਇਹਨਾਂ ਸਾਰੇ ਚੇਲਿਆਂ ਨੂੰ ਸਾਂਭ ਅਤੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਅਗਾਂਹ ਲੈ ਚੱਲ। ਤੇ ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪ੍ਰਭੂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੈ, ਜਿਹੜਾ ਦੁਨੀਆ ਦੀਆਂ ਗੱਲਾਂ ਉੱਤੇ ਚਿੰਤਿਤ ਕਰਦੇ ਹੋਏ ਉਸ ਬਰਕਤ ਨੂੰ ਪਾਉਣ ਦਾ ਆਸ ਰੱਖਦਾ ਹੈ, ਉਹ ਸਦਾ ਲਈ ਆਪਣੇ ਪਰਿਵਾਰ ਦੇ ਲਈ ਸਰਾਪ ਨੂੰ ਕਮਾਉਂਦਾ ਹੈ। ਪਰ ਜਿਹੜਾ ਦੁਨੀਆ ਦੇ ਪਰਵਾਹ ਨਾ ਕਰਦਾ ਹੋਇਆ, ਆਪਣੀ ਜਾਨ ਦਾ ਪਰਵਾਹ ਨਾ ਕਰਦਾ ਹੋਇਆ, ਬਿਨਤੀ ਪ੍ਰਾਰਥਨਾ ਦੇ ਰਾਹੀਂ ਪ੍ਰਭੂ ਦੇ ਸਨਮੁਖ ਜਾਗਦਾ ਰਹਿੰਦਾ ਹੈ, ਉਹ ਆਪਣੀ ਧੀਰਜ ਨਾਲ ਆਪਣੀ ਜਾਨ ਨੂੰ ਬਚਾਉਂਦਾ ਹੈ, ਨਾਲੇ ਉਹ ਉਸ ਸਦਾ ਦੀ ਜੀਵਨ ਦੇ ਵਿੱਚ ਵੜਦਾ ਹੈ। ਜੇ ਕੁਝ ਉਹਦੀ ਜ਼ਿੰਦਗੀ ਦੇ ਵਿੱਚ ਹੋਵੇ ਤਾਂ ਉਹ ਪ੍ਰਭੂ ਦੀ ਮਰਜ਼ੀ ਦੇ ਕਾਰਨ ਹੁੰਦਾ ਹੈ। ਉਹ ਕਦੇ ਨਾ ਕਦੇ ਪ੍ਰਭੂ ਦੇ ਸਨਮੁਖ ਚੰਗਾਈ ਨੂੰ ਪਾਵੇਗਾ ਅਤੇ ਪ੍ਰਭੂ ਦੀ ਮਹਿਮਾ ਕਰਨ ਵਾਲਾ ਹੋਵੇਗਾ। ਸੋ ਪ੍ਰਭੂ ਦੇ ਪਿਆਰਿਓ, ਪ੍ਰਭੂ ਦੇ ਇਹਨਾਂ ਗੱਲਾਂ ਉੱਤੇ ਧਿਆਨ ਰੱਖਦੇ ਹੋਏ ਆਪਾਂ ਚੱਲ ਕੇ ਜੀਵਨ ਨੂੰ ਪਾਈਏ ਅਤੇ ਆਪਣੀ ਜਾਨਾਂ ਨੂੰ ਬਚਾਈਏ। ਪ੍ਰਭੂ ਤੁਹਾਨੂੰ ਇਹਨਾਂ ਸਾਰੇ ਬਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।